ਹੈਲੋ एवरीवन ਵੈਲਕਮ टू CBC ਅਕੈਡਮੀ ਅਬੋਰ। मैं अरुण तनेजा ਤੇ ਆਪਾਂ ਸਟਾਰਟ ਕਰਾਂਗੇ ਆਪਾਂ ਕਰੰਟ ਅਫੇਅਰਸ। ਸੋ ਤੁਹਾਨੂੰ ਜਿਹੜਾ ਕਰੰਟ ਅਫੇਅਰ ਦਾ ਪੈਟਰਨ ਰਹੂਗਾ ਉਹ ਤੁਹਾਨੂੰ ਦੱਸ ਦਿੰਦਾ ਮੈਂ। ਲਗਭਗ ਆਪਾਂ ਹਰ ਮਹੀਨੇ ਦੀਆਂ 6 ਵੀਡੀਓਜ਼ ਕਰਿਆ ਕਰਾਂਗੇ ਜਿਹਦੇ ਵਿੱਚ ਤੁਹਾਡੇ ਆਲਮੋਸਟ ਹਰ ਮਹੀਨੇ ਦੇ 150 ਅਰਾਊਂਡ ਕੁਐਸਚਨ ਤੁਹਾਨੂੰ ਕਰਵਾਇਆ ਕਰਾਂਗੇ ਅਤੇ ਲਗਭਗ ਤੁਹਾਡੇ ਹਰ ਮਹੀਨੇ ਦੇ ਜਿੰਨੇ ਵੀ ਕਰੰਟ ਅਫੇਅਰ ਹੋਣਗੇ 150 ਕੁਐਸਚਨਾਂ ਦੇ ਵਿੱਚ ਪੂਰੇ ਹੋ ਜਾਣਗੇ। ਇਹ ਜਿਹੜੇ ਵੀ ਬੈਸਟ ਕਰੰਟ ਅਫੇਅਰਸ ਹੈਗੇ ਆ ਡਿਫਰੈਂਟ ਸਾਈਟਸ ਤੋਂ, ਕੁਝ ਸਾਡੇ ਆਪਣੇ ਬਣਾਏ ਹੋਏ ਦਾ ਹਿੰਦੂ ਰਿਵਿਊਜ਼ ਤੋਂ ਜਾਂ ਹੋਰ ਵੀ ਜਿਹੜੀਆਂ ਵੀ ਮਤਲਬ ਸਾਈਟਾਂ ਹੈਗੀਆਂ ਜਾਂ ਜੋ ਵੀ ਮਾਰਕੀਟ ਦੇ ਵਿੱਚ ਕਰੰਟ ਅਫੇਅਰ ਅੱਜ ਕੱਲ੍ਹ ਟਰੈਂਡਿੰਗ ਦੇ ਵਿੱਚ ਚੱਲ ਰਹੇ ਆ, ਸਾਰਿਆਂ ਦਾ ਕਨਕਲੂਜ਼ਨ ਤੁਹਾਨੂੰ ਐਸੇ ਹੀ ਪਲੇਟਫਾਰਮ 'ਤੇ ਮਿਲੂਗਾ। ਸੋ ਅਰਾਊਂਡ ਆਪਾਂ 150 ਕੁਐਸਚਨ ਕਰਾਂਗੇ, ਬੈਸਟ 150 ਕੁਐਸਚਨ ਕਰਾਂਗੇ ਆਪਾਂ ਕਰੰਟ ਅਫੇਅਰ ਦੇ, ਜੋ ਕਿ ਆਪਣੇ ਪੰਜਾਬ ਐਗਜ਼ਾਮ ਲਈ ਬਹੁਤ ਹੀ ਜ਼ਰੂਰੀ ਹੋਣਗੇ। ਜਿਵੇਂ ਕਿ ਪਟਵਾਰੀ ਹੋ ਗਿਆ ਜਾਂ ਨੈਬ ਹੋ ਗਿਆ, ਸਾਰਿਆਂ ਲਈ ਇੰਪੋਰਟੈਂਟ ਹੋਣਗੇ ਆਪਣੇ ਜਿਹੜੇ ਹੁਣ ਆਪਾਂ ਕਰੰਟ ਅਫੇਅਰ ਕਰਾਂਗੇ। ਕਿਉਂਕਿ ਆਪਣੀ ਮਾਰਕੀਟ ਜਿੰਨੇ ਵੀ YouTube 'ਤੇ ਪਏ ਹੈਗੇ ਆ ਕਰੰਟ ਅਫੇਅਰ ਦੀ ਬਹੁਤ ਹੀ ਜ਼ਿਆਦਾ ਮਤਲਬ ਸਕਾਰਸਿਟੀ ਹੈਗੀ ਹੈ। ਬਾਕੀ ਸਾਰੇ ਦਾ ਸਾਰਾ ਮਟੀਰੀਅਲ ਤੁਹਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਚੈਨਲ 'ਤੇ ਮਿਲਦਾ ਹੋਊਗਾ, ਪਰ ਅਸੀਂ ਬੈਸਟ ਕਰੰਟ ਅਫੇਅਰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਲੈਕਚਰ ਦੇ ਨਾਲ ਐਂਡ ਤੱਕ ਬਣੇ ਰਹਿਣਾ। ਤੁਹਾਨੂੰ 6 ਵੀਡੀਓਜ਼ ਮਿਲਣਗੀਆਂ ਹਰ ਮਹੀਨੇ ਦੀਆਂ ਕਰੰਟ ਅਫੇਅਰਸ ਦੀਆਂ ਅਤੇ ਉਹਦੇ ਵਿੱਚ ਲਗਭਗ 150 ਕੁਐਸਚਨ ਹੋਣਗੇ ਅਤੇ 150 ਕੁਐਸਚਨ ਆਲਮੋਸਟ ਐਨਫ ਹੋਣਗੇ ਤੁਹਾਡਾ ਪੰਜਾਬ ਦਾ ਐਗਜ਼ਾਮ ਕੋਈ ਵੀ ਕਰੈਕ ਕਰਨ ਵਾਸਤੇ। ਠੀਕ ਹੈ ਜੀ। ਸੋ ਜਿਵੇਂ ਹੁਣ ਆਪਾਂ ਸਟਾਰਟ ਕਰਨ ਲੱਗੇ ਹਾਂ ਆਪਾਂ ਫੈਬਰਰੀ ਦੇ। ਸੋ ਫੈਬਰਰੀ ਦੀਆਂ ਆਪਾਂ ਪਹਿਲਾਂ 6 ਵੀਡੀਓਜ਼ ਪਾਵਾਂਗੇ, ਫਿਰ ਜਦੋਂ ਮਾਰਚ ਖਤਮ ਹੋ ਜੂਗੀ ਤਾਂ ਆਪਾਂ ਮਾਰਚ ਦੀਆਂ 6 ਵੀਡੀਓਜ਼ ਪਾਵਾਂਗੇ, ਜਨਵਰੀ ਦੀਆਂ ਪਾਵਾਂਗੇ। ਸੋ ਆਪਾਂ ਜਨਵਰੀ ਤੋਂ ਲੈ ਕੇ ਮਈ ਤੱਕ, ਜਦੋਂ ਤੱਕ ਐਗਜ਼ਾਮ ਨਹੀਂ ਹੁੰਦਾ ਤੁਹਾਡਾ, ਉਦੋਂ ਤੱਕ ਆਪਾਂ 6 ਦੀਆਂ ਹਰ ਮਹੀਨੇ ਦੀਆਂ 6 ਵੀਡੀਓਜ਼ ਪਾ ਕੇ ਤੁਹਾਡੇ ਕਰੰਟ ਅਫੇਅਰ ਕਵਰ ਕਰਾ ਦਾਂਗੇ। ਠੀਕ ਹੈ ਜੀ। ਅਤੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ। ਠੀਕ ਹੈ ਜੀ। ਸੋ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਸੋ ਆਪਾਂ ਕੁਐਸਚਨ ਆਨਸਰ ਦੀ ਫਾਰਮੈਟ 'ਚ ਕਰਾਂਗੇ ਜਿਵੇਂ ਆਪਾਂ ਪਹਿਲਾਂ ਵੀ ਕਰਦੇ ਰਹੇ। ਹਿਸਟਰੀ ਦੇ ਕੁਐਸਚਨ ਕੀਤੇ ਹੈਗੇ ਆਪਾਂ ਅਤੇ ਆਪਣੀ ਪੋਲਿਟੀ ਵੀ ਹਜੇ ਤੱਕ ਚੱਲ ਰਹੀ ਹੈ। ਉਹਦੇ ਪੋਲਿਟੀ ਦੇ ਲਗਭਗ 11 ਲੈਕਚਰ ਹੋ ਗਏ ਹੈ ਅਤੇ ਆਪਾਂ ਆਲਮੋਸਟ 15 ਲੈਕਚਰ ਦੇ ਵਿੱਚ ਸਾਰੀ ਦੀ ਸਾਰੀ ਪੋਲਿਟੀ ਕੰਪਲੀਟ ਕਰਾ ਦਾਂਗੇ। ਠੀਕ ਹੈ ਜੀ। ਅਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਜਿਹਦੇ 'ਤੇ PCS 'ਤੇ ਵੀ ਕੁਐਸਚਨ ਪੁੱਛਿਆ ਗਿਆ ਇਸ ਵਾਰੀ। PCS 2000 ਜਿਹੜਾ ਆਪਣਾ 21-20 ਹੋਇਆ ਪੰਜਾਬ ਦਾ, ਉਹਦੇ 'ਤੇ ਵੀ ਕੁਐਸਚਨ ਪੁੱਛਿਆ। ਉਹਦੇ ਵਿੱਚ ਵੀ ਇਹੀ ਕੁਐਸਚਨ ਪੁੱਛਿਆ ਗਿਆ ਸੀਗਾ, ਵਟ ਇਜ਼ ਦਾ ਨੇਮ ਆਫ ਦਾ ਇੰਡੀਅਨ ਇਨੀਸ਼ੀਏਟਿਵ ਟੂ ਡਿਲੀਵਰ ਏ COVID-19 ਵੈਕਸੀਨ ਟੂ ਦਾ ਫਰੈਂਡਲੀ ਕੰਟਰੀਜ਼। ਇੰਡੀਆ ਨੇ ਇੱਕ ਇਨੀਸ਼ੀਏਟਿਵ ਚਲਾਇਆ ਜਿਹਦੇ ਰਾਹੀਂ ਆਪਣੀ ਜਿਹੜੀ COVID-19 ਦੀ ਵੈਕਸੀਨ ਹੈਗੀ ਹੈ ਡਿਫਰੈਂਟ ਕੰਟਰੀਜ਼ ਨੂੰ ਪ੍ਰੋਵਾਈਡ ਕੀਤੀ ਜਾਊਗੀ। ਜਿਹੜੀਆਂ ਆਪਣੀਆਂ ਫਰੈਂਡਲੀ ਕੰਟਰੀਜ਼ ਹੈਗੀਆਂ ਜਿਵੇਂ ਕਿ ਮਾਲਦੀਵਜ਼ ਨੂੰ ਪ੍ਰੋਵਾਈਡ ਕੀਤੀ ਹੈ, ਭੂਟਾਨ ਨੂੰ ਕੀਤੀ ਹੈਗੀ ਹੈ, ਆਪਾਂ ਸ਼੍ਰੀਲੰਕਾ ਨੂੰ ਕੀਤੀ ਹੈਗੀ ਹੈ, ਨੇਪਾਲ ਨੂੰ ਆਪਾਂ ਕੀਤੀ ਹੈਗੀ ਹੈ। ਸੋ ਪਹਿਲੀਆਂ 2 ਕੰਟਰੀਜ਼ ਕਿਹੜੀਆਂ ਸੀਗੀਆਂ? ਮਾਲਦੀਵਸ ਅਤੇ ਭੂਟਾਨ ਸੀਗੀਆਂ, ਜੋ ਕਿ ਆਪਣੇ PCS ਦੇ ਵਿੱਚ ਕੁਐਸਚਨ ਪੁੱਛਿਆ ਗਿਆ ਹੈਗਾ। ਠੀਕ ਹੈ। ਬਾਕੀ ਜਦੋਂ ਵੀ ਲੈਕਚਰ ਵੇਖਣ ਲੱਗਦੇ ਕਾਪੀ ਪੈਨ ਆਪਣੇ ਕੋਲ ਰੱਖੋ, ਬਹੁਤ ਸਾਰੀਆਂ ਤੁਹਾਨੂੰ ਐਕਸਟਰਾ ਚੀਜ਼ਾਂ ਕਰਵਾਈਆਂ ਜਾਣਗੀਆਂ। ਠੀਕ ਹੈ ਜੀ। ਸੋ ਮਾਲਦੀਵਸ ਪਲੱਸ ਭੂਟਾਨ ਨੂੰ ਆਪਾਂ ਸਭ ਤੋਂ ਪਹਿਲਾਂ ਵੈਕਸੀਨ ਪ੍ਰੋਵਾਈਡ ਕੀਤੀ ਸੀ ਆਪਣੇ ਵੈਕਸੀਨ ਮੈਤਰੀ ਅੰਡਰ ਦੇ, ਜਿਹੜੀ ਆਪਣਾ ਵੈਕਸੀਨ ਮੈਟਰੀ ਜਿਹੜਾ ਆਪਣਾ ਇੱਕ ਪ੍ਰੋਗਰਾਮ ਹੈਗਾ ਜਿਹਦੇ ਰਾਹੀਂ ਆਪਾਂ ਸਭ ਤੋਂ ਪਹਿਲਾਂ ਵੈਕਸੀਨ ਕਿਹਨੂੰ ਪ੍ਰੋਵਾਈਡ ਕੀਤੀ ਸੀ ਇਸ ਪ੍ਰੋਗਰਾਮ ਦੇ ਰਾਹੀਂ? ਤਾਂ ਆਪਣਾ ਆਨਸਰ ਆ ਜਾਊਗਾ ਭੂਟਾਨ ਅਤੇ ਮਾਲਦੀਵਸ। ਜੋ ਆਪਣੇ PCS ਦੇ ਵਿੱਚ ਵੀ ਇਹੀ ਕੁਐਸਚਨ ਸੇਮ ਪੁੱਛਿਆ ਗਿਆ ਸੀਗਾ, ਬਹੁਤ ਇੰਪੋਰਟੈਂਟ ਹੈਗਾ। ਇਹ ਇਨੀਸ਼ੀਏਟਿਵ ਦਾ ਨਾਮ ਕੀ ਹੈਗਾ? ਵੈਕਸੀਨ ਮੈਤਰੀ, ਬਹੁਤ ਇੰਪੋਰਟੈਂਟ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀਆਂ। ਠੀਕ ਹੈ। ਸੋ ਵੈਕਸੀਨ ਮੈਤਰੀ ਕਿਹਨੂੰ ਦਿੱਤੀ? ਆਪਾਂ ਸ਼੍ਰੀਲੰਕਾ ਨੂੰ ਦੇਤੀ ਹੈ ਜੀ, ਮਾਲਦੀਵਸ ਨੂੰ ਪ੍ਰੋਵਾਈਡ ਕਰਤੀ ਆਪਾਂ, ਠੀਕ ਹੈ, ਨੇਪਾਲ ਨੂੰ ਦਿੱਤੀ ਹੈਗੀ ਹੈ ਅਤੇ ਆਪਣਾ ਭੂਟਾਨ। ਸੋ ਅਤੇ ਜਿਹੜੀਆਂ ਵੀ ਆਪਣੀਆਂ ਹੋਰ ਫਰੈਂਡਲੀ ਕੰਟਰੀਜ਼ ਆਪਾਂ ਅੱਗੇ ਫਰਦਰ ਡਿਸਟਰੀਬਿਊਟ ਕਰ ਰਹੇ ਹਾਂ। ਠੀਕ ਹੈ ਜੀ। ਸੋ ਨੈਕਸਟ ਹੈਗਾ ਵਿਚ ਇੰਡੀਅਨ ਸਟੇਟ ਇਜ਼ ਟੂ ਪਲੇ ਹੋਸਟ ਟੂ ਦਾ ਇੰਟਰਨੈਸ਼ਨਲ ਕਾਨਫਰੰਸ ਔਨ ਜੈਂਡਰ ਇਕੁਐਲਿਟੀ। ਸੋ ਜੈਂਡਰ ਇਕੁਐਲਿਟੀ 'ਤੇ ਇੱਕ ਆਪਣੀ ਕਾਨਫਰੰਸ ਔਰਗਨਾਈਜ਼ ਕਰ ਰਿਹਾ ਇੰਟਰਨੈਸ਼ਨਲ ਕਾਨਫਰੰਸ। ਤਾਂ ਕਿਹੜੀ ਸਟੇਟ ਔਰਗਨਾਈਜ਼ ਕਰ ਰਹੀ ਹੈ? ਤਾਂ ਆਪਣਾ ਆਨਸਰ ਆ ਜਾਊਗਾ ਕੇਰਲਾ। ਬਹੁਤ ਇੰਪੋਰਟੈਂਟ ਹੈਗਾ। ਕੇਰਲਾ ਦੇ ਰਿਗਾਰਡਿੰਗ ਇੱਕ ਆਪਣੀ ਕੇਰਲਾ ਨੇ ਇੱਕ ਮੇਰਾਈਨ ਐਂਬੂਲੈਂਸ ਲਾਂਚ ਕੀਤੀ ਹੈਗੀ ਕੇਰਲਾ ਦੇ ਵਿੱਚ। ਤਾਂ ਇਹ ਵੀ ਮਤਲਬ ਜਿਹੜਾ PCS ਹੈਗਾ ਉਹਦੇ ਵਿੱਚ ਪੁੱਛਿਆ ਗਿਆ ਸੀਗਾ। ਤਾਂ ਆਪਣਾ ਆਨਸਰ ਆ ਜਾਊਗਾ ਮੇਰਾਈਨ ਜਿਹੜੀ ਐਂਬੂਲੈਂਸ ਹੈਗੀ ਹੈ ਕਿਹੜੀ ਸਟੇਟ ਨੇ ਲਾਂਚ ਕੀਤੀ ਹੈ? ਤਾਂ ਆਪਣਾ ਆਨਸਰ ਆ ਜਾਊਗਾ ਕੇਰਲਾ ਨੇ ਲਾਂਚ ਕੀਤੀ ਹੈ। ਠੀਕ ਹੈ ਜੀ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਸੋ ਜਿਹੜੀਆਂ ਚੀਜ਼ਾਂ ਹੈਗੀਆਂ ਸਟੇਟਾਂ ਦੇ ਅਦਰ ਸਟੇਟਾਂ ਦੇ ਰਿਗਾਰਡਿੰਗ ਆਪਣੇ ਐਗਜ਼ਾਮ ਦੇ ਵਿੱਚ ਪੁੱਛੀਆਂ ਜਾ ਰਹੀਆਂ। ਸੋ ਜਿਹੜੇ ਹੋਰ ਵੀ ਸਟੇਟਾਂ ਦੇ ਹੈਗੀਆਂ ਉਹਨਾਂ ਦੇ ਵੀ ਕਰੰਟ ਅਫੇਅਰ ਤੁਸੀਂ ਇੱਕ ਦੋ ਪੜ੍ਹਦੇ ਰਹਿਣਾ ਹੈ। ਠੀਕ ਹੈ। ਬਾਕੀ ਜੋ ਇੰਪੋਰਟੈਂਟ ਹੋਣਗੇ ਮੈਂ ਤੁਹਾਨੂੰ ਕਰਾਈ ਜਾਊਂਗਾ ਸਾਰੇ। ਠੀਕ ਹੈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਹੁਣ ਅੱਗੇ ਜੀ ਕੁਛ ਇੰਡੈਕਸ ਲਾਂਚ ਹੋਏ ਸੀਗੇ, ਉਹਨਾਂ ਦੇ ਵਿੱਚ ਇੰਡੀਆ ਦਾ ਕੀ ਰੈਂਕ ਹੈਗਾ ਉਹਦੇ ਬਾਰੇ ਆਪਾਂ ਪੜ੍ਹਦੇ ਹਾਂ। ਹੁਣ ਇੱਕ ਇੰਡੈਕਸ ਲਾਂਚ ਹੋਇਆ COVID-19 ਪਰਫੋਰਮੈਂਸ ਇੰਡੈਕਸ, ਜਿਹੜਾ ਕਿ ਲਾਂਚ ਕੀਤਾ ਸਿਡਨੀ ਬੇਸਡ ਲੋਵੇ ਇੰਸਟੀਟਿਊਟ ਨੇ। ਠੀਕ ਹੈ। ਸੋ ਇਸ ਇੰਡੈਕਸ ਦੇ ਵਿੱਚ ਇੰਡੀਆ ਦਾ ਕਿੰਨਾ ਨੰਬਰ ਹੈਗਾ? ਤਾਂ ਆਪਣਾ ਆਨਸਰ ਆ ਜਾਊਗਾ 86 ਰੈਂਕ ਹੈਗਾ ਇੰਡੀਆ ਦਾ
इस इंडैक्स के इनू तुसीं तो याद रखना है क्योंकि एक अद्धा इंडैक्स तुहानूं अपने जिहड़े एग्जाम है उन्हां विच पुछया ही जाऊगा। सो कोविड-19 परफॉर्मेंस इंडैक्स के इंडिया का कितना रैंक है 86 रैंक है। सो इस चीज़ को तुसीं याद रखना। नैक्सट है ग्लोबल क्लाइमेट रिस्क इंडैक्स के जिहड़ा कि 2021 के लॉन्च किया गया, रिलीज़ किया गया सॉरी, तो वो इंडिया का रैंक कितना है 7th रैंक है। ठीक है, तो अपना हैनले पासवर्ड इंडैक्स के की रैंक है, तो अपना आंसर आ जाऊगा 85th रैंक है। ठीक है, फिर क्लाइमेट चेंज इंडैक्स के कितना रैंक है अपना, तो अपना आंसर आ जाऊगा 10th। ਜਿਹੜਾ क्लाइमेट चेंज इंडैक्स है दिसंबर के अपडेट किया गया इसनों। सो 2021 का हजे आया नहीं है, 2021 का अपनी 2021 की दिसंबर में आऊगा क्लाइमेट चेंज जो इंडैक्स है। तो अपना इंडिया का रैंक कितना है 10th रैंक है, बहुत ही इंपॉर्टेंट है। ग्लोबल क्लाइमेट रिस्क इंडैक्स के अपना कितना रैंक है 7th रैंक है। क्लाइमेट चेंज इंडैक्स के अपना कितना रैंक है 10th रैंक है। दोनों अड चीज़ा है। ग्लोबल क्लाइमेट रिस्क इंडैक्स 7th रैंक, क्लाइमेट चेंज इंडैक्स 10th रैंक। ठीक है, हैनले पासपोर्ट इंडैक्स 85th रैंक, तो अपना कोविड-19 परफॉर्मेंस इंडैक्स के कितना रैंक है 86th रैंक है। वार वार चीज़ों रिपीट करांगे तो ही आपको याद होणगियां। तुसीं लैक्चर में वार वार रिपीट करो, वार वार सुनो, तुहाडे बहुत सारे डाउट्स क्लीयर हो जाएंगे। जिन्ने भी बेस्ट क्वेश्चन है फैबररी के वो तुहानूं करवाउण की कोशिश कर रहे हैं। ठीक है, फिर भी किसी चीज़ नूं लग रहा भी घट करवा रहे हैं, डाउट आ रहा है, तो वो तुसीं मैनूं कमेंट सैक्शन पूछ सकते हो। ठीक है, सो हुण आपां नैक्सट क्वेश्चन पर मूव करते हैं। ऑलमोस्ट जी वीडियो होगी 17 to 18 मिनट्स की होगी, जिहदे विच आपां 20 क्वेश्चन कवर करांगे लगभग। ठीक है, सो आपां नैक्सट क्वेश्चन पर मूव करते हैं। सो वट इज़ इंडिया रैंक इन एशिया पैसिफिक परसनलाइज्ड हैल्थ इंडैक्स रिलीज बाय द EIOU इकोनॉमिकली इंटैलीजेंस यूनिट है, जिहदे EIOU की फुल फॉर्म तुसीं लिख भी सकते हो। इकोनॉमिकली इंटैलीजेंस यूनिट द्वारा रिलीज़ किया जाता है एशिया पैसिफिक परसनलाइज्ड हैल्थ इंडैक्स। सो एशिया पैसिफिक परसनलाइज्ड हैल्थ इंडैक्स के इंडिया का कितना रैंक है, तो अपना आंसर आ जाऊगा 10th रैंक है इंडिया का। एशिया पैसिफिक परसनलाइज्ड हैल्थ इंडैक्स के कितना रैंक है इंडिया का 10th रैंक है, बहुत ही ज़्यादा इंपॉर्टेंट है। ठीक है, तो ये छोटिया छोटिया हुण आपां दोबारा रिपीट कर लें। हैले पासपोर्ट के इंडिया का रैंक कितना है 85th रैंक है। ठीक है, फिर आपां किहड़ा कीता है क्लाइमेट चेंज इंडैक्स के कितना है 10th है, तो ग्लोबल क्लाइमेट रिस्क इंडैक्स के है 7th रैंक अपना। ठीक है, सो बहुत ही इंपॉर्टेंट पॉइंट कर रहे हैं। कोविड-19 परफॉर्मेंस इंडैक्स के इंडिया का कितना रैंक है 86th रैंक है। ठीक है, सो ये सारी गल्लां तुहानूं याद होणियां चाहिए, उत्थे कन्फ्यूजन नहीं होनी चाहिए। जदों भी आपां एग्जाम देण जावांगे उत्थे मेन क्यों मार्क्स कट्टे जाते हैं, जदों आपां एग्जाम देने आपां नूं कन्फ्यूजन हो जाती है 85th है 86th है। उत्थे जदों तुसीं वार वार रिवीजन की होगी तुहानूं किसी चीज़ की कन्फ्यूजन नहीं होगी। ठीक है, सो आपां नैक्सट मूव करते हैं। सो विच कंट्री हैज़ द हाईएस्ट शेयर इन द ग्लोबल बासमती राइस ट्रेड, बहुत इंपॉर्टेंट है। UPSC ने पूछा हुआ क्वेश्चन है 2019 का भी ग्लोबल जिन्ना भी शेयर होंदा मतलब कि जिन्ना भी इंपोर्ट एक्सपोर्ट होंदा राइस का बासमती राइस का, तो वो इंडिया के बासमती राइस का किन्नवा नंबर है, तो अपना आंसर आ जाऊगा 1st नंबर पर है इंडिया का बासमती राइस। ग्लोबल शेयर की गल करिए मतलब जिन्ना भी पूरे वर्ल्ड के ट्रेड होंदा राइस के सब तो जो ज़्यादा मतलब ट्रेड होंदा वो इंडिया के बासमती राइस का होंदा। ठीक है, सो 2nd नंबर पर होंदा वियतनाम का। बहुत ही इंपॉर्टेंट पॉइंट है क्योंकि रिसेंटली न्यूज़ के सीगा क्योंकि इंडिया ने वियतनाम को अपना थोड़ा जहा राइस दिता है, एक्सपोर्ट किया वियतनाम को। हालांकि वियतनाम के आप ही खुद राइस बहुत होंदा है, पर फिर भी उत्थे स्कारसिटी आ गई है राइस की, तो इंडिया ने उत्थे अपना जो राइस है एक्सपोर्ट किया है बासमती राइस। ठीक है, तो करके क्वेश्चन रेलेवेंट है। बाकी इन्हू UPSC ने पूछा होया तो आप उम्मीद कर सकते हैं भी ਜਿਹੜੇ ਆਪਣੇ जिन्ने भी एग्जाम होंगे बहुत ज़्यादा इन्फ्लुएंस होंगे UPSC तो PCS तो आपको यह जे क्वेश्चन पूछे जा सकते हैं। पर्टिकुलरली जोड़ा अपने पटवारी का एग्जाम आने वाला तो अपना जो नैब का एग्जाम आने वाला। ठीक है, वो सो अरुण हाइड्रो पावर प्रोजैक्ट विच वॉज मेकिंग न्यूज़ रिसेंटली इज़ बीइंग कंस्ट्रक्टेड इन विच कंट्री। सो अरुण हाइड्रो इलैक्ट्रिक पावर प्रोजैक्ट लॉन्च किया गया कि किस कंट्री के, तो अपना आंसर आ जाऊगा नेपाल के। एक इंडिया की कंपनी हैगी है विद्युत सतलुज जी कुछ नाम की कंपनी हैगी जिन्होंने एक टेंडर मिले इस प्रोजैक्ट में बनाने का, तो वो अपने लिए रैलेवेंट है नहीं गी। तो आपको सिर्फ इन्ना पता होना चाहिए भी अरुण हाइड्रो इलैक्ट्रिक पावर प्रोजैक्ट किहड़ी कंट्री के ला रही है, तो इंडिया की असिस्टेंस के नाल लग रहा है, इंडिया की कंपनी की असिस्टेंस के नाल लग रहा है, तो अपना आंसर आ जाऊगा नेपाल। बहुत ही ज़्यादा इंपॉर्टेंट है नेपाल जी कंट्री हैगी है वो हाइड्रो इलैक्ट्रिक अरुण हाइड्रो इलैक्ट्रिक पावर प्रोजैक्ट लाया जा रहा है, बहुत ही इंपॉर्टेंट पॉइंट है। ठीक है,
ਸੋ ਜਿਵੇਂ ਕਿ ਆਪਾਂ ਨੂੰ ਹੁਣੇ ਜਿਹੜਾ ਆਪਣਾ ਲੇਟੈਸਟ PPSC ਪ੍ਰਿੰਸੀਪਲ ਦਾ ਐਗਜ਼ਾਮ ਹੋਇਆ ਸੀਗਾ, PPSC ਜਿਹੜਾ ਆਪਣਾ PCS ਹੋਇਆ, ਉਹਦੇ ਵਿੱਚ ਵੀ ਇਹ ਸਿਮਿਲਰ ਕੁਐਸਚਨ ਪੁੱਛਿਆ ਗਿਆ ਸੀਗਾ। ਆਪਾਂ ਇੱਕ ਭੂਟਾਨ ਦੇ ਵਿੱਚ ਪ੍ਰੋਜੈਕਟ ਲਾਇਆ, ਇੰਡੀਆ ਨੇ ਪਾਵਰ ਪ੍ਰੋਜੈਕਟ ਲਾਇਆ, ਤਾਂ ਉਸ ਪ੍ਰੋਜੈਕਟ ਦਾ ਕੀ ਨਾਮ ਸੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਣਾ, ਠੀਕ ਹੈ। ਸੋ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੋਊਗਾ। ਵਿਚ ਕੰਟਰੀ ਇਜ਼ ਸੈਟਲਿੰਗ ਇਟਸ ਰਿਫਿਊਜੀਜ਼ ਇਨ ਦਾ ਭਾਸ਼ਨ ਚਰ ਆਈਲੈਂਡ। ਬਹੁਤ ਇੰਪੋਰਟੈਂਟ ਹੈਗਾ ਇਹ। ਰਿਸੈਂਟਲੀ ਆਈਲੈਂਡ ਕਿਉਂ ਨਿਊਜ਼ ਦੇ ਵਿੱਚ ਸੀਗਾ? ਕਿਉਂਕਿ ਜਿਹੜੇ ਬੰਗਲਾਦੇਸ਼ ਦੇ ਵਿੱਚ ਰੋਹਿੰਗਿਆਜ਼ ਰਿਫਿਊਜੀ ਆਏ ਹੋਏ ਸੀਗੇ ਮਿਆਂਮਾਰ ਤੋਂ, ਉੱਥੋਂ ਉਹਨਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਸੀਗਾ ਭਾਸ਼ਨ ਚਰ ਆਈਲੈਂਡ ਦੇ ਉੱਤੇ। ਤਾਂ ਇਹ ਕਿਹੜਾ ਕਿੱਥੇ ਹੈਗਾ ਇਹ ਵਾਲਾ ਆਈਲੈਂਡ? ਤਾਂ ਇਹ ਆਈਲੈਂਡ ਹੈਗਾ ਬੰਗਲਾਦੇਸ਼ ਦੇ ਵਿੱਚ, ਠੀਕ ਹੈ। ਸੋ ਜਿਹੜੇ ਰੋਹਿੰਗਿਆਜ਼ ਜਿਹੜੇ ਮਿਆਂਮਾਰ ਤੋਂ ਬੰਗਲਾਦੇਸ਼ ਦੇ ਵਿੱਚ ਸ਼ਿਫਟ ਹੋਏ ਹੈਗੇ ਆ, ਤਾਂ ਉਹਨਾਂ ਲਈ ਬਹੁਤ ਹੀ ਬੁਰਾ ਵਰਤਾਵ ਕੀਤਾ ਜਾ ਰਿਹਾ। ਉਹਨਾਂ ਨੂੰ ਇੱਕ ਆਈਲੈਂਡ ਹੀ ਦੇ ਦਿੱਤਾ ਜਾ ਗਿਆ ਵੀ ਤੁਸੀਂ ਇੱਥੇ ਹੀ ਰਹੋ। ਉਹਨਾਂ ਲਈ ਪ੍ਰੋਪਰ ਫੈਸਿਲਿਟੀਜ਼ ਨਹੀਂ ਕੋਈ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਹਿਊਮਨਟੇਰੀਅਨ ਬੇਸਿਸ 'ਤੇ ਵੀ ਕੋਈ ਉਹਨਾਂ ਨੂੰ ਅਸਿਸਟੈਂਸ ਨਹੀਂ ਪ੍ਰੋਵਾਈਡ ਕੀਤੀ ਜਾ ਰਹੀ, ਠੀਕ ਹੈ ਜੀ। ਸੋ ਬੰਗਲਾਦੇਸ਼ ਨੂੰ ਕਿਤੇ ਨਾ ਕਿਤੇ ਵਰਲਡ ਲੈਵਲ 'ਤੇ ਕੰਡੈਮ ਵੀ ਕੀਤਾ ਗਿਆ ਇਸ ਚੀਜ਼ ਲਈ। ਤੋ ਭਾਸ਼ਨ ਚਰ ਆਈਲੈਂਡ ਕਿੱਥੇ ਹੈਗਾ? ਬੰਗਲਾਦੇਸ਼ ਦੇ ਵਿੱਚ ਹੈਗਾ। ਇਹ ਕਿਉਂ ਨਿਊਜ਼ ਦੇ ਵਿੱਚ ਹੈਗਾ? ਕਿਉਂਕਿ ਇਹ ਸਪੈਸੀਫਿਕਲੀ ਜਿਹੜੇ ਰੋਹਿੰਗਿਆਜ਼ ਹੈਗੇ ਆ ਜੋ ਬੰਗਲਾਦੇਸ਼ ਦੇ ਵਿੱਚ ਸੈਟਲਡ ਹੋ ਗਏ ਆ, ਮਿਆਂਮਾਰ ਤੋਂ ਆਏ ਹੈਗੇ ਆ, ਤਾਂ ਇਹਨਾਂ ਨੂੰ ਸਾਰੇ ਜਿਹੜੇ ਰੋਹਿੰਗਿਆ ਮਤਲਬ ਇਕੱਠੇ ਹੋਏ ਆ, ਇਹਨਾਂ ਨੂੰ ਸਾਰਿਆਂ ਨੂੰ ਇਹ ਭਾਸ਼ਨ ਚਰ ਆਈਲੈਂਡ 'ਤੇ ਬੰਗਲਾਦੇਸ਼ ਸ਼ਿਫਟ ਕਰ ਰਹੇ ਹੈਗੇ ਆ। ਸੋ ਆਪਾਂ ਨੂੰ ਕੱਲ੍ਹ ਨੂੰ ਪੁੱਛ ਲਿਆ ਜਾਂਦਾ ਹੁੰਦਾ ਵੀ ਰੋਹਿੰਗਿਆ ਬੇਸਿਕਲੀ ਕਿੱਥੋਂ ਸੀਗੇ, ਤਾਂ ਆਪਣਾ ਆਨਸਰ ਆ ਜਾਊਗਾ ਮਿਆਂਮਾਰ ਤੋਂ ਸੀਗੇ, ਠੀਕ ਹੈ ਜੀ। ਸੋ ਮਿਆਂਮਾਰ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀਗਾ। ਬਾਅਦ ਦੇ ਵਿੱਚ ਕੁਛ ਇੰਡੀਆ ਦੇ ਵਿੱਚ ਆ ਗਏ, ਕੁਛ ਬੰਗਲਾਦੇਸ਼ ਦੇ ਵਿੱਚ ਚਲੇ ਗਏ, ਕੁਛ ਚਾਈਨਾ ਦੇ ਵਿੱਚ ਚਲੇ ਗਏ। ਸੋ ਅਦਰ ਕੰਟਰੀਜ਼ ਦੇ ਵਿੱਚ ਸਕੈਟਰਡ ਹੋ ਗਏ। ਸੋ ਜਿਹੜੇ ਵੀ ਬੰਗਲਾਦੇਸ਼ ਦੇ ਵਿੱਚ ਆਏ ਹੈਗੇ ਆ ਉਹਨਾਂ ਨੂੰ ਭਾਸ਼ਨ ਚਰ ਆਈਲੈਂਡ ਦੇ ਵਿੱਚ ਰੀਸੈਟਲ ਕੀਤਾ ਜਾ ਰਿਹਾ। ਭਾਸ਼ਨ ਚਰ ਆਈਲੈਂਡ ਕਿੱਥੇ ਹੈਗਾ? ਤਾਂ ਆਪਣਾ ਆਨਸਰ ਆ ਜਾਊਗਾ ਬੰਗਲਾਦੇਸ਼ ਦੇ ਵਿੱਚ ਹੈਗਾ। ਜਦੋਂ ਤੁਹਾਨੂੰ ਪ੍ਰੋਪਰ ਕਿਸੇ ਚੀਜ਼ ਦੇ ਪਿੱਛੇ ਕਹਾਣੀ ਪਤਾ ਲੱਗ ਜਾਂਦੀ ਹੈ, ਤੁਹਾਨੂੰ ਚੀਜ਼ ਜਲਦੀ ਯਾਦ ਹੋ ਜਾਂਦੀ ਹੈ। ਬੇਸਿਕਲੀ ਪੂਰੀ ਕਹਾਣੀ ਦੱਸਣ ਦਾ ਇਹੀ ਮੋਟਿਵ ਹੁੰਦਾ, ਠੀਕ ਹੈ। ਸੋ ਅਕੋਰਡਿੰਗ ਟੂ ਦਾ WHO, ਵਿਚ ਕੰਟਰੀ ਹੈਜ਼ ਦਾ ਹਾਈਐਸਟ ਨੰਬਰ ਆਫ ਲੈਪਰੋਸੀ ਕੇਸਿਸ ਇਨ ਦਾ ਵਰਲਡ ਐਨੂਅਲੀ। ਸੋ WHO ਦੀ ਰਿਪੋਰਟ ਆਈ ਹੈ ਜਿਹਦੇ ਵਿੱਚ ਦੱਸਿਆ ਗਿਆ ਵੀ ਜਿਹੜੇ ਲੈਪਰੋਸੀ ਦੇ ਕੇਸਿਸ ਹੁੰਦੇ ਆ ਉਹ ਸਭ ਤੋਂ ਜ਼ਿਆਦਾ ਕਿਤੇ ਹੁੰਦੇ ਆ, ਤਾਂ ਆਪਣਾ ਆਨਸਰ ਆ ਜਾਊਗਾ ਇੰਡੀਆ ਦੇ ਵਿੱਚ ਹੁੰਦੇ ਆ, ਠੀਕ ਹੈ ਜੀ। ਸੋ ਹੁਣ ਆਪਾਂ ਥੋੜ੍ਹਾ ਜਿਹਾ ਲੈਪਰੋਸੀ ਬਾਰੇ ਪੜ੍ਹਦੇ ਹਾਂ। ਲੈਪਰੋਸੀ ਕੀ ਇੱਕ ਬੈਕਟੀਰੀਅਲ ਡਿਜ਼ੀਜ਼ ਹੈਗੀ ਹੈ, ਅਤੇ ਇਹ ਮਤਲਬ ਫੈਲਦੀ ਕਿਵੇਂ ਹੈਗੀ ਹੈ? ਇਹ ਏਅਰਬੋਰਨ ਡਿਜ਼ੀਜ਼ ਹੈਗੀ ਹੈ। ਤੁਸੀਂ ਛਿੱਕ ਮਾਰਦੇ ਹੋ ਜਾਂ ਸਾਹ ਲੈਂਦੇ ਹੋ, ਇੱਕ ਦੂਸਰੇ ਨੂੰ ਫੈਲ ਸਕਦੀ ਹੁੰਦੀ ਹੈ, ਪਰ ਇਹ ਕਿਉਰੇਬਲ ਹੈਗੀ ਹੈ। ਦੂਜੀ ਗੱਲ ਇਹ ਹੈਗੀ ਹੈ ਕਰੋਨਿਕ ਹੈਗੀ ਹੈ, ਲੰਬੇ ਸਮੇਂ ਤੱਕ ਚੱਲ ਸਕਦੀ ਹੈ ਡਿਜ਼ੀਜ਼, ਠੀਕ ਹੈ ਜੀ। ਸੋ ਇਹ 2-3 ਗੱਲਾਂ ਹੈਗੀਆਂ ਜੋ ਤੁਸੀਂ ਲੈਪਰੋਸੀ ਬਾਰੇ ਲਿਖ ਸਕਦੇ ਹੋ, ਕਿਉਂਕਿ ਜਿਹੜਾ ਆਪਣਾ ਮੇਨ ਮੋਟਿਵ ਹੈਗਾ ਕਰੰਟ ਅਫੇਅਰ ਦਾ ਸਿਰਫ ਇੰਨਾ ਨਹੀਂ ਗਾ ਵੀ ਤੁਹਾਨੂੰ ਮੈਂ ਕੁਐਸਚਨ ਪੜ੍ਹਾਈ ਚੱਲਾਂ, ਰੀਡ ਕਰਵਾਈ ਚੱਲਾਂ, ਇੱਦਾਂ ਨਹੀਂ ਗਾ। ਤੁਹਾਨੂੰ ਥੋੜ੍ਹਾ ਜਿਹਾ ਉਹਨਾਂ ਦੀ ਡਿਟੇਲ ਐਕਸਪਲੇਨੇਸ਼ਨ ਹੀ ਪਤਾ ਹੋਣੀ ਚਾਹੀਦੀ ਹੈ। ਹੁਣ ਲੈਪਰੋਸੀ ਕੀ ਹੈਗਾ? ਇੱਕ ਬੈਕਟੀਰੀਅਲ ਡਿਜ਼ੀਜ਼ ਹੈਗੀ ਹੈ, ਠੀਕ ਹੈ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਅਤੇ ਏਅਰਬੋਰਨ ਡਿਜ਼ੀਜ਼ ਹੈਗੀ ਹੈ ਅਤੇ ਕਰੋਨਿਕ ਵੀ ਹੈਗੀ ਹੈ, ਠੀਕ ਹੈ। ਸੋ ਆਪਾਂ ਨੈਕਸਟ ਮੂਵ ਕਰਦੇ ਹਾਂ ਕਿਉਂਕਿ ਇਹ ਤੁਹਾਡੇ ਸਾਇੰਸ ਦਾ ਵੀ ਪਾਰਟ ਹੋ ਜਾਂਦਾ ਹੈ ਨਾਲ ਦੇ ਨਾਲ। ਸੋ ਸੈਯਦ ਮੁਸ਼ਤਕ ਅਲੀ ਜਿਹੜੀ ਟਰੋਫੀ ਹੈਗੀ ਹੈ ਕਿਸ ਸਪੋਰਟ ਦੇ ਨਾਲ ਰਿਲੇਟਿਡ ਹੈਗੀ ਹੈ? ਤਾਂ ਆਪਣਾ ਆਨਸਰ ਹੋ ਜਾਊਗਾ ਕ੍ਰਿਕਟ ਦੇ ਨਾਲ ਰਿਲੇਟਿਡ ਹੈਗੀ ਹੈ, ਠੀਕ ਹੈ। ਸੋ ਇਸ ਵਾਰੀ ਕਿਹਨੇ ਜਿੱਤਿਆ ਇਹਨੂੰ? ਇਸ ਵਾਰੀ ਜਿੱਤਿਆ ਤਾਮਿਲਨਾਡੂ ਨੇ, ਠੀਕ ਹੈ ਜੀ। ਸੋ ਬਹੁਤ ਹੀ ਇੰਪੋਰਟੈਂਟ ਹੈਗਾ, ਤਾਮਿਲਨਾਡੂ ਨੇ ਇਸ ਜਿਹੜੀ ਆਪਣੀ ਸੈਯਦ ਮੁਸ਼ਤਕ ਅਲੀ ਟਰੋਫੀ ਹੈਗੀ ਉਹਨੂੰ ਜਿੱਤਿਆ। ਕਿਹਦੇ ਨਾਲ ਰਿਲੇਟਿਡ ਹੈਗੀ ਹੈ? ਕ੍ਰਿਕਟ ਦੇ ਨਾਲ ਰਿਲੇਟਿਡ ਹੈਗੀ ਹੈ, ਬਹੁਤ ਇੰਪੋਰਟੈਂਟ ਹੈਗਾ। ਸੋ ਇਹ ਜਿਹੀਆਂ ਕੁਛ ਆਪਣੇ ਟਰੋਫੀਜ਼ ਵਗੈਰਾ ਕਈ ਵਾਰੀ ਪੁੱਛ ਲਈਆਂ ਜਾਂਦੀਆਂ ਹੁੰਦੀਆਂ ਆਪਣੇ ਐਗਜ਼ਾਮ ਦੇ ਵਿੱਚ। ਨੈਕਸਟ ਹੈਗਾ ਇੰਡੀਅਨ ਅਮੈਰੀਕਨ ਭਵਿਆ ਲਾਲ ਹੈਜ਼ ਬੀਨ ਅਪੋਇੰਟਡ ਐਜ਼ ਦਾ ਐਕਟਿੰਗ ਚੀਫ ਆਫ ਸਟਾਫ ਵਿਚ ਆਰਗੇਨਾਈਜੇਸ਼ਨ। ਸੋ ਐਕਟਿੰਗ ਚੀਫ ਆਫ ਸਟਾਫ ਅਪੋਇੰਟ ਕੀਤਾ ਗਿਆ ਜਿਹੜੇ ਇੰਡੀਅਨ ਓਰੀਜਨ ਦੇ ਹੈਗੇ ਭਵਿਆ ਲਾਲ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਨਾਸਾ ਦੇ ਐਕਟਿੰਗ ਚੀਫ ਆਫ ਸਟਾਫ ਇਹਨਾਂ ਨੂੰ ਅਪੋਇੰਟ ਕੀਤਾ ਗਿਆ। ਕਿਹਨੂੰ ਕੀਤਾ ਗਿਆ? ਭਵਿਆ ਲਾਲ ਨੂੰ। ਬਹੁਤ ਇੰਪੋਰਟੈਂਟ ਹੈਗਾ। ਜ਼ਿਆਦਾ ਨਹੀਂ ਇਹਦੇ ਬਾਰੇ ਆਪਾਂ ਕੁਝ ਪੜ੍ਹਨਾ, ਇਹਨਾਂ ਡਿਟੇਲ ਦੇ ਵਿੱਚ ਨਹੀਂ ਜਾਣਾ, ਸਾਨੂੰ ਸਿਰਫ ਇੰਨਾ ਹੀ ਪਤਾ ਹੋਣਾ ਚਾਹੀਦਾ ਵੀ ਕਿਹਨੂੰ ਅਪੋਇੰਟ ਕੀਤਾ, ਤਾਂ ਆਪਾਂ ਨੂੰ ਆਨਸਰ ਆ ਜਾਊਗਾ ਭਵਿਆ ਲਾਲ ਨੂੰ ਨਾਸਾ ਨੇ ਅਪੋਇੰਟ ਕੀਤਾ ਐਕਟਿੰਗ ਚੀਫ ਆਫ ਸਟਾਫ, ਠੀਕ ਹੈ। ਸੋ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਜਿਹੜੀ ਬੁੱਕ ਹੈਗੀ ਹੈ ਤੁਹਾਨੂੰ ਮੈਂ ਜਦੋਂ ਲਾਸਟ ਲੈਕਚਰ ਹੋਊਗਾ ਤੁਹਾਨੂੰ ਸਾਰੀਆਂ ਬੁੱਕਸ ਅਤੇ ਸਾਰੀਆਂ ਡੇਟਸ ਆਪਾਂ ਹਰ ਮਹੀਨੇ ਦੀਆਂ ਕਰ ਲਿਆ ਕਰਾਂਗੇ। ਬਾਕੀ ਤੁਹਾਨੂੰ ਜਿਹੜੀਆਂ ਵਿੱਚ ਬੁੱਕਸ ਆਉਂਦੀਆਂ ਇੰਪੋਰਟੈਂਟ ਤੁਸੀਂ ਲਿਖ ਵੀ ਸਕਦੇ ਹੋ। ਹੂ ਇਜ਼ ਦਾ ਆਥਰ ਆਫ ਦਾ ਬੁੱਕ ਟਾਈਟਲ ਦਾ ਲਿਟਲ ਬੁੱਕ ਆਫ ਇਨਕਰੇਜਮੈਂਟ। ਸੋ ਦਲਾਈ ਲਾਮਾ ਨੇ ਬੁੱਕ ਲਿਖੀ ਹੈਗੀ ਹੈ ਦ ਲਿਟਲ ਬੁੱਕ ਆਫ ਇਨਕਰੇਜਮੈਂਟ, ਠੀਕ ਹੈ। ਬਹੁਤ ਇੰਪੋਰਟੈਂਟ ਹੈਗੀ ਹੈ। ਦਲਾਈ ਲਾਮਾ ਨੇ ਕਿਹੜੀ ਬੁੱਕ ਲਿਖੀ ਹੈ? ਦ ਲਿਟਲ ਬੁੱਕ ਆਫ ਇਨਕਰੇਜਮੈਂਟ, ਠੀਕ ਹੈ। ਸੋ ਜਿੰਨੀਆਂ ਵੀ ਬੁੱਕਸ ਆਉਣਗੀਆਂ ਤੁਹਾਨੂੰ ਮੈਂ ਲਾਸਟ ਲੈਕਚਰ ਦੇ ਵਿੱਚ ਸਾਰੀਆਂ ਕਵਰ ਕਰਵਾ ਦੂੰਗਾ। ਬਾਕੀ ਜਿਹੜੀਆਂ ਹੁਣੇ ਆ ਰਹੀਆਂ ਵਿੱਚ ਆ ਰਹੀਆਂ ਉਹ ਵੀ ਤੁਸੀਂ ਆਪਣੀ ਕਾਪੀ 'ਤੇ ਲਿਖ ਲੈਣੀ ਹੈ। ਜਦੋਂ ਵੀ ਤੁਹਾਨੂੰ ਨੋਟਸ ਮਿਲਣਗੇ ਸਾਡੇ ਟੈਲੀਗ੍ਰਾਮ ਚੈਨਲ ਤੋਂ ਜਾਂ ਮੈਨੂੰ ਤੁਸੀਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ, ਜਿਵੇਂ ਤੁਹਾਨੂੰ ਕਨਵੀਨੀਅੰਟ ਲੱਗਦਾ। ਬਾਕੀ ਸਰ ਨੂੰ ਮੈਸੇਜ ਕਰ ਸਕਦੇ ਹੋ। ਸੋ ਨੈਕਸਟ ਹੈਗਾ ਇੰਡੀਆਜ਼ ਫਸਟ ਸੈਂਟਰ ਫॉर ਵੈਟਲੈਂਡ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਹੈਜ਼ ਬੀਨ ਸੈਟ ਅਪ ਇਨ ਵਿਚ ਇੰਡੀਅਨ ਸਿਟੀ। ਬਹੁਤ ਇੰਪੋਰਟੈਂਟ ਹੈਗਾ। ਆਪਣੇ ਇੱਕ ਇੰਡੀਆ ਦਾ ਫਸਟ ਸੈਂਟਰ ਫॉर ਵੈਟਲੈਂਡ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਕਿੱਥੇ ਸੈਟਅਪ ਕੀਤਾ ਗਿਆ? ਤਾਂ ਆਪਣਾ ਆਨਸਰ ਆ ਜਾਊਗਾ ਚੇਨਈ ਦੇ ਵਿੱਚ ਸੈਟਅਪ ਕੀਤਾ ਗਿਆ। ਬਹੁਤ ਇੰਪੋਰਟੈਂਟ ਹੈਗਾ, ਠੀਕ ਹੈ ਜੀ। ਸੋ ਚੇਨਈ ਦੇ ਵਿੱਚ ਆਪਣਾ ਫਸਟ ਵੈਟਲੈਂਡ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਸੈਂਟਰ ਇਸਟੈਬਲਿਸ਼ ਕੀਤਾ ਗਿਆ। ਕਈ ਵਾਰੀ
ਜਿਹੇ ਹੀ ਕੁਐਸਚਨ ਸਭ ਨਾਲੋਂ ਜਿਹੜੇ ਇੰਪੋਰਟੈਂਟ ਹੋਣਗੇ 120 ਰਾਊਂਡ ਦੇ ਕੁਐਸਚਨ ਉਹੀ ਤੁਹਾਨੂੰ ਕਰਵਾਵਾਂਗੇ, ਠੀਕ ਹੈ ਜੀ। ਬਾਕੀ ਤੁਸੀਂ ਪੜ੍ਹ ਹੀ ਰਹੇ ਹੋਗੇ ਕੋਈ ਨਾ ਕੋਈ ਸੋਰਸ ਤੋਂ। ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ 120 ਦੇ ਵਿੱਚ ਵੀ ਅਸੀਂ ਤੁਹਾਨੂੰ ਕਿੰਨੇ ਹੀ ਕੁਐਸਚਨ ਕਰਵਾ ਦਈਏ। ਜਿਵੇਂ ਕਿ ਤੁਹਾਨੂੰ ਹੁਣ ਦੱਸਾਂਗੇ ਜਿਹੜਾ ਵੈਟਲੈਂਡ ਡੇ ਹੁੰਦਾ ਉਹ ਕਦੋਂ ਹੁੰਦਾ, 2 ਫੈਬਰਵਰੀ ਨੂੰ ਹੁੰਦਾ, ਠੀਕ ਹੈ। ਸੋ ਵੈਟਲੈਂਡ ਡੇ ਦੀ ਥੀਮ ਕੀ ਹੈਗੀ ਹੈ, ਵੈਟਲੈਂਡ ਐਂਡ ਵਾਟਰ, ਠੀਕ ਹੈ। ਸੋ ਇਸੇ ਤਰ੍ਹਾਂ ਤੁਹਾਨੂੰ ਅਸੀਂ ਐਕਸਟਰਾ ਚੀਜ਼ਾਂ ਕਰਵਾਵਾਂਗੇ, ਠੀਕ ਹੈ। ਸੋ ਵੈਟਲੈਂਡ ਡੇ ਕਦੋਂ ਹੁੰਦਾ ਤਾਂ ਆਪਣਾ ਆਨਸਰ ਆ ਜਾਊਗਾ 2 ਫੈਬਰਵਰੀ ਨੂੰ। ਇੱਕ ਵੈਟਲੈਂਡ ਨੂੰ ਲੈ ਕੇ ਮਤਲਬ ਕਨਵੈਨਸ਼ਨ ਹੋਈ ਹੈ, ਉਹਦਾ ਨਾਮ ਕੀ ਹੈਗਾ ਤਾਂ ਆਪਣਾ ਆਨਸਰ ਆ ਜਾਊਗਾ ਰਾਮਸਰ ਕਨਵੈਨਸ਼ਨ। ਇਹ ਸਾਰਿਆਂ ਨੂੰ ਪਤਾ ਹੋਊਗਾ ਲਗਭਗ ਕਦੋਂ ਹੋਈ ਸੀਗੀ, ਰਾਮਸਰ ਕਨਵੈਨਸ਼ਨ ਹੋਈ ਸੀਗੀ, ਜੋ ਕਿ ਇੱਕ ਇੰਟਰ ਗਵਰਨਮੈਂਟ ਟ੍ਰੀਟੀ ਹੈਗੀ ਹੈ, ਗਵਰਨਮੈਂਟ ਦੇ ਵਿਚਕਾਰ ਦੀ ਟ੍ਰੀਟੀ ਹੈਗੀ ਹੈ, ਠੀਕ ਹੈ ਜੀ। ਸੋ ਇਹ 1976 ਦੇ ਵਿੱਚ ਹੋਈ ਸੀਗੀ ਰਾਮਸਰ ਕਨਵੈਨਸ਼ਨ, ਠੀਕ ਹੈ ਜੀ। ਸੋ ਰਾਮਸਰ ਸਾਈਟ ਹੁਣੇ ਆਪਣੀ 42nd ਕੋਈ ਰਾਮਸਰ ਸਾਈਟ ਡਿਕਲੇਅਰ ਕੀਤੀ ਗਈ ਹੈ ਜੰਮੂ ਐਂਡ ਕਸ਼ਮੀਰ ਦੇ ਵਿੱਚ। ਕਿਹੜੀ ਲੇਕ ਕੀਤੀ ਗਈ ਹੈ, ਤੋਸ ਮੁਰਾਰੀ ਲੇਕ ਜੰਮੂ ਕਸ਼ਮੀਰ ਦੇ ਵਿੱਚ 42nd ਰਾਮਸਰ ਸਾਈਟ ਇੰਡੀਆ ਦੇ ਵਿੱਚ ਡਿਕਲੇਅਰ ਕੀਤੀ ਗਈ ਹੈ, ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਜੋ ਆਪਾਂ ਰਾਮਸਰ ਦੇ ਵੈਟਲੈਂਡ ਦੇ ਰਿਗਾਰਡਿੰਗ ਪੜ੍ਹੀਆਂ ਉਹ ਕਿਹੜੀਆਂ ਗੱਲਾਂ ਹੈਗੀਆਂ। ਸਭ ਤੋਂ ਜਿਹੜੀ ਪਹਿਲੀ ਗੱਲ ਹੈਗੀ ਹੈ ਜੋ ਵੈਟਲੈਂਡ ਦੇ ਨਾਲ 2 ਫੈਬਰਵਰੀ ਵੈਟਲੈਂਡ ਡੇ ਹੁੰਦਾ, ਜਿਹਦਾ ਥੀਮ ਹੈਗਾ ਵਾਟਰ ਐਂਡ ਵੈਟਲੈਂਡ, ਠੀਕ ਹੈ ਜੀ। ਸੋ ਸੈਕਿੰਡ ਗੱਲ ਜੋ ਆਪਾਂ ਵੈਟਲੈਂਡ ਦੇ ਰਿਗਾਰਡਿੰਗ ਪੜ੍ਹੀ ਹੈ ਵੀ ਰਾਮਸਰ ਕਨਵੈਨਸ਼ਨ ਹੈਗੀ ਹੈ ਜੋ ਵੈਟਲੈਂਡ ਨੂੰ ਪ੍ਰੀਜ਼ਰਵ ਕਰਨ ਵਾਸਤੇ ਇੰਟਰਨੈਸ਼ਨਲੀ ਰੈਕੋਗਨਾਈਜ਼ ਜਿਹੜੀ ਕਨਵੈਨਸ਼ਨ ਕੀਤੀ ਗਈ ਹੈ ਵੀ ਹਾਂ ਸਾਰੇ ਦੇਸ਼ ਮਿਲ ਕੇ ਕਨਵੈਨਸ਼ਨ ਕਰਦੇ ਆ ਜਿਹਦੇ ਰਾਹੀਂ ਜਿਹੜੇ ਵੈਟਲੈਂਡ ਹੁੰਦੇ ਆ ਜੋ ਇੰਟਰਨੈਸ਼ਨਲੀ ਇੰਪੋਰਟੈਂਟ ਹੁੰਦੇ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਂਦਾ ਇੰਟਰਨੈਸ਼ਨਲ ਫੰਡਿੰਗ ਦੇ ਰਾਹੀਂ, ਠੀਕ ਹੈ। ਇੰਡੀਆ ਦੇ ਵਿੱਚ 42 ਸਾਈਟਸ ਹੈ ਟੋਟਲ ਰਾਮਸਰ ਸਾਈਟਸ, ਠੀਕ ਹੈ। ਸੋ ਲੇਟੈਸਟ ਸਾਈਟ ਜਿਹੜੀ ਬਣੀ ਹੈ ਰਾਮਸਰ ਸਾਈਟ ਉਹ ਕਿਹੜੀ ਹੈਗੀ ਹੈ, ਤਸ ਮੁਰਾਰੀ ਲੇਕ 42nd ਸਾਈਟ ਹੈਗੀ ਹੈ ਜੋ ਕਿੱਥੇ ਹੈਗੀ ਹੈ, ਜੰਮੂ ਐਂਡ ਕਸ਼ਮੀਰ ਦੇ ਵਿੱਚ, ਠੀਕ ਹੈ। ਬਹੁਤ ਇੰਪੋਰਟੈਂਟ ਹੈਗਾ। ਪੰਜਾਬ ਦੇ ਵਿੱਚ 5 ਰਾਮਸਰ ਸਾਈਟ ਹੈਗੀਆਂ, ਤੁਹਾਨੂੰ ਸਾਰੀਆਂ ਪਤਾ ਹੋਣੀਆਂ ਚਾਹੀਦੀਆਂ, ਠੀਕ ਹੈ। ਜਿਵੇਂ ਕਿ ਕਾਲੀਬੇਨ ਹੋ ਗਈ, ਆਪਣਾ ਜਿਹੜੀਆਂ ਹੁਣੇ ਬਣੀ ਹੈਗੀਆਂ 2-3 ਹਰੀਕੇ ਵੈਟਲੈਂਡ ਹੋ ਗਿਆ। ਸੋ ਇਸੇ ਤਰ੍ਹਾਂ ਆਪਣੀਆਂ 5 ਜਿਹੜੀਆਂ ਟੋਟਲ ਪੰਜਾਬ ਦੇ ਵਿੱਚ ਰਾਮਸਰ ਸਾਈਟਸ ਹੈਗੀਆਂ, ਠੀਕ ਹੈ। ਸੋ ਆਪਾਂ ਨੈਕਸਟ ਤੇ ਮੂਵ ਕਰਦੇ ਹਾਂ। ਹੋਰ ਕੀ ਇੰਪੋਰਟੈਂਟ ਹੈਗਾ, ਇੱਕ ਮੌਂਟਰੀਅਕਸ ਰਿਕਾਰਡ ਹੈਗਾ ਉਹ ਵੀ ਵੈਟਲੈਂਡ ਨੂੰ ਪ੍ਰੀਜ਼ਰਵ ਕਰਨ ਵਾਸਤੇ ਹੈਗਾ, ਠੀਕ ਹੈ। ਸੋ ਉਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਆਪਾਂ ਨੈਕਸਟ ਤੇ ਮੂਵ ਕਰਦੇ ਹਾਂ। ਸੋ ਆਪਣਾ ਜਿਵੇਂ ਕਿ ਨੈਕਸਟ ਕੁਐਸਚਨ ਆ ਹੀ ਗਿਆ, ਵਟ ਇਜ਼ ਦਾ ਥੀਮ ਆਫ ਦਾ ਵਰਲਡ ਵੈਟਲੈਂਡ ਡੇ 2021 ਤਾਂ ਆਪਣਾ ਆਨਸਰ ਆ ਜਾਊਗਾ ਵੈਟਲੈਂਡ ਐਂਡ ਵਾਟਰ, ਜਿਹੜਾ ਕਿ ਵਰਲਡ ਵੈਟਲੈਂਡ ਡੇ ਦਾ ਥੀਮ ਹੈਗਾ, ਠੀਕ ਹੈ। ਵੈਟਲੈਂਡ ਐਂਡ ਵਾਟਰ, ਠੀਕ ਹੈ। 2 ਫੈਬ ਨੂੰ ਮਨਾਇਆ ਜਾਂਦਾ ਹੁੰਦਾ ਹੈ, ਠੀਕ ਹੈ, ਇੰਟਰਨੈਸ਼ਨਲੀ। ਵਟ ਇਜ਼ ਦਾ ਨੇਮ ਆਫ ਦਾ ਸੈਕਟਰ ਸਪੈਸੀਫਿਕ ਵੈਬੀਨਾਰ ਸੀਰੀਜ਼ ਕੰਡਕਟਡ ਬਾਈ ਦਾ ਕਮਰਸ ਮਿਨਿਸਟਰੀ। ਸੋ ਇਹ ਕਮਰਸ ਮਿਨਿਸਟਰੀ ਦੁਆਰਾ ਵੈਬੀਨਾਰ ਕੰਡਕਟ ਕੀਤਾ ਗਿਆ ਜਿਹਦੇ ਰਾਹੀਂ ਅਵੇਅਰਨੈਸ ਫੈਲਾਈ ਜਾਂਦੀ ਹੈ ਕਿ ਮਤਲਬ ਕਿ ਆਪਣੇ ਜਿਹੜੇ ਇੰਡਸਟਰੀ ਸੈਕਟਰ ਦੇ ਵਿੱਚ ਕੀ ਹੋ ਰਿਹਾ ਜਾਂ ਮਤਲਬ ਕੀ ਡਿਵੈਲਪਮੈਂਟਸ ਹੋ ਰਹੀਆਂ ਅਤੇ ਹੋਰ ਜਿਹੜੀਆਂ ਇੰਡਸਟਰੀਆਂ ਲਾਈਆਂ ਜਾ ਰਹੀਆਂ ਜਾਂ ਉਹਦੇ ਵਿੱਚ ਜਿੰਨਾ ਵੀ ਕੁਛ ਹੁੰਦਾ ਉਹਦੇ ਵਿੱਚ ਦੱਸਿਆ ਜਾਂਦਾ ਹੁੰਦਾ। ਸੋ ਇਹ ਵੈਬੀਨਾਰ ਦਾ ਕੀ ਨਾਮ ਹੈਗਾ, ਉਦਯੋਗ ਮੰਥਨ। ਇੰਡੀਆ ਦੇ ਵਿੱਚ ਕੀ ਓਪਰਚੁਨਿਟੀਜ਼ ਹੈਗੀਆਂ ਇਨਵੈਸਟਮੈਂਟ ਨੂੰ ਲੈ ਕੇ, ਇੰਡਸਟਰੀਜ਼ ਨੂੰ ਲੈ ਕੇ ਸਾਰਾ ਕੁਛ ਅਵੇਅਰ ਕੀਤਾ ਜਾਂਦਾ ਹੁੰਦਾ। ਉਦਯੋਗ ਮੰਥਨ ਇਹ ਕਈ ਵਾਰੀ ਪੁੱਛਿਆ ਗਿਆ ਹੈਗਾ। ਸੋ ਜੋ ਇੰਪੋਰਟੈਂਟ ਹੈਗੇ ਆ ਕਈਆਂ ਮਤਲਬ ਜਿਹੜੀਆਂ ਆਪਣੀਆਂ ਜੋ ਵੀ ਇੰਪੋਰਟੈਂਟ ਹੈਗੇ ਆ ਸਿਰਫ ਆਪਾਂ ਉਹੀ ਕਰਾਂਗੇ 120 ਕਰੰਟ ਅਫੇਅਰ, ਠੀਕ ਹੈ। ਸੋ ਆਪਾਂ ਨੈਕਸਟ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਕੁਐਸਚਨ ਹੈਗਾ, ਵਿਚ ਕੰਟਰੀ ਹੋਸਟਡ ਦਾ ਇੰਡੀਅਨ ਓਸ਼ਨ ਰੀਜਨ ਡਿਫੈਂਸ ਮਿਨਿਸਟਰ ਕਨਕਲੇਵ। ਸੋ ਡਿਫੈਂਸ ਮਿਨਿਸਟਰ ਦੀ ਇੱਕ ਮੀਟਿੰਗ ਹੋ ਰਹੀ ਹੈ, ਉਹਨੂੰ ਕਿਹੜਾ ਕੰਟਰੀ ਹੋਸਟ ਕਰ ਰਿਹਾ ਤਾਂ ਆਪਣਾ ਆਨਸਰ ਆ ਜਾਊਗਾ ਇੰਡੀਆ, ਠੀਕ ਹੈ। 2021 ਦੀ ਹੋ ਰਹੀ ਹੈ, ਕਿਹੜੀ ਆਰਗੇਨਾਈਜੇਸ਼ਨ ਦੀ ਹੋ ਰਹੀ ਹੈ ਤਾਂ ਆਪਣਾ ਆਨਸਰ ਆ ਜਾਊਗਾ ਇੰਡੀਅਨ ਓਸ਼ਨ ਰੀਜਨ ਦੀ, ਠੀਕ ਹੈ। ਸੋ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਸੋ ਇੰਡੀਆ ਹੋਸਟ ਕਰ ਰਿਹਾ ਇਹਨੂੰ। ਸੋ ਵਿਚ ਟੈਕਨੋਲੋਜੀ ਐਂਟਰਪ੍ਰੇਨਿਓਰ ਹੈਜ਼ ਬੀਨ ਅਪੁਆਇੰਟਡ ਟੂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬੋਰਡ ਤਾਂ ਆਪਣਾ ਆਨਸਰ ਆ ਜਾਊਗਾ ਸਿਰਧਿਰ ਵੈਂਬੂ। ਬਹੁਤ ਇੰਪੋਰਟੈਂਟ ਹੈਗਾ ਇਹ, ਕਈ ਵਾਰੀ ਆਪਣੇ ਜਿਹੜੇ ਰੀਸੈਂਟ ਕਰੰਟ ਅਫੇਅਰ ਆਏ ਆ ਉਹਦੇ ਵਿੱਚ ਬਹੁਤ ਵਾਰੀ ਇੰਪੋਰਟੈਂਟ ਕੁਐਸਚਨ ਹੈਗਾ, ਤੁਸੀਂ ਇਹਨੂੰ ਧਿਆਨ ਦੇ ਵਿੱਚ ਰੱਖਣਾ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬੋਰਡ ਦੇ ਵਿੱਚ ਕਿਹਨੂੰ ਅਪੁਆਇੰਟ ਕੀਤਾ ਗਿਆ ਤਾਂ ਆਪਣਾ ਆਨਸਰ ਆ ਜਾਊਗਾ ਸਿਰਧਿਰ ਵੈਂਬੂ ਨੂੰ, ਠੀਕ ਹੈ। ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਜਿਵੇਂ ਤੁਹਾਨੂੰ ਪ੍ਰੋਮਿਸ ਕੀਤਾ ਕਿ ਹਰ ਵੀਡੀਓ ਦੇ ਵਿੱਚ 20 ਕੁਐਸਚਨ ਹੋਣਗੇ, 20 ਬੈਸਟ ਕੁਐਸਚਨ ਹੋਣਗੇ ਤਾਂ ਉਹਨਾਂ ਦੀ ਪ੍ਰੋਪਰ ਐਕਸਪਲੇਨੇਸ਼ਨ ਹੋਊਗੀ। ਜੇ ਤੁਸੀਂ ਅਕਾਊਂਟ ਕਰੋਗੇ ਤਾਂ ਅਰਾਊਂਡ 40 ਕੁਐਸਚਨ ਤੁਹਾਨੂੰ ਕਰਵਾਤੇ ਆ ਮੈਂ, ਠੀਕ ਹੈ। ਸੋ ਉਹਦੇ ਰਿਗਾਰਡਿੰਗ ਹੋਰ ਵੀ ਕਈ ਗੱਲਾਂ ਦੱਸੀਆਂ, ਜਿਵੇਂ ਆਪਾਂ ਵੈਟਲੈਂਡ ਵਾਲਾ ਕੁਐਸਚਨ ਕੀਤਾ ਉਹਦੇ ਰਿਗਾਰਡਿੰਗ ਬਹੁਤ ਗੱਲਾਂ ਦੱਸੀਆਂ। ਸੋ ਅਰਾਊਂਡ ਆਪਣੇ ਹਰ ਲੈਕਚਰ ਦੇ ਵਿੱਚ 40 ਰਾਊਂਡ ਕੁਐਸਚਨ ਹੋ ਜਾਂਦੇ ਆ। ਸੋ ਅਰਾਊਂਡ ਆਪਾਂ 20 ਕਰਕੇ ਆਪਾਂ 6 ਵੀਡੀਓਜ਼ ਕਰਾਂਗੇ, ਤੁਹਾਡੇ 120 ਕੁਐਸਚਨ ਕਰਵਾਵਾਂਗੇ, ਬੈਸਟ 120, ਠੀਕ ਹੈ ਜੀ। ਸੋ ਵੀਡੀਓਜ਼ ਦੇ ਨਾਲ ਬਣੇ ਰਹਿਣਾ ਹੈ। ਬਾਕੀ ਸਾਡੀ ਜਿਹੜੀ ਐਪ ਹੈਗੀ CBC ਐਗਜ਼ਾਮ ਗੁਰੂ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ। ਜੋ ਵੀ ਤੁਹਾਡੀਆਂ ਕਿਉਰੀਜ਼ ਹੈਗੀਆਂ ਜਾਂ ਕੋਈ ਵੀ ਟੈਸਟ ਸੀਰੀਜ਼ ਲਾਉਣਾ ਚਾਹੁੰਦੇ ਹੋ, ਸਾਡੀਆਂ ਬੁੱਕਸ ਵੀ ਪਰਚੇਜ਼ ਕਰਨਾ ਚਾਹੁੰਦੇ ਹੋ, ਉਹ ਤੁਸੀਂ ਉੱਥੋਂ ਪਰਚੇਜ਼ ਕਰ ਸਕਦੇ ਹੋ, ਠੀਕ ਹੈ ਜੀ। ਬਾਕੀ ਸਰ ਨਾਲ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ।